ਹੈਲੋ ਫਰੈਂਡਸ, ਮੈਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸ਼ੈਨਗਨ ਵੀਜ਼ਾ ਡਾਕੂਮੈਂਟਸ ਦੇ ਬਾਰੇ ਵਿੱਚ ਦੱਸਾਂਗਾ ਤੇ ਹਰ ਇੱਕ ਡਾਕੂਮੈਂਟਸ ਦੀ ਕੀ ਇੰਪੋਰਟੈਂਸ ਹੈ, ਕਿਸ ਤਰ੍ਹਾਂ ਤੁਸੀਂ ਆਪਣੀ ਫਾਈਲ ਸਹੀ ਤਰ੍ਹਾਂ ਲਗਾ ਸਕਦੇ ਹੋ, ਕਿਹੜਾ ਡਾਕੂਮੈਂਟਸ ਕਿਸ ਤਰ੍ਹਾਂ ਲਗਾਉਣਾ ਹੈ। ਸੋ ਕਿਸ ਤਰ੍ਹਾਂ ਤੁਸੀਂ ਆਪਣੀ ਫਾਈਲ ਸੋਲਿਡ ਕਰਦੇ ਹੋ, ਉਹ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਾਂਗਾ। ਅਗਰ ਤੁਹਾਨੂੰ ਕੋਈ ਕਿਸੇ ਚੀਜ਼ ਦੀ ਕੁਆਰੀ ਹੈ, ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਇਸ 'ਤੇ ਕਮੈਂਟ ਕਰ ਸਕਦੇ ਹੋ। ਤੇ ਸੋ ਮੈਂ ਸਟਾਰਟ ਕਰਦਾ ਇਹ ਵੀਡੀਓ। ਸੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਕਿ ਮੈਂ ਤੁਹਾਨੂੰ ਅੱਗੇ ਤੋਂ ਹੋਰ ਵੀਡੀਓਜ਼ ਲੈ ਕੇ ਆਵਾਂ, ਤੁਹਾਨੂੰ ਡਿਫਰੈਂਟ ਕੰਟਰੀ ਦੇ ਵੀਜ਼ੇ ਬਾਰੇ ਡਿਫਰੈਂਟ ਇਨਫੋਰਮੇਸ਼ਨ ਦੇਵਾਂ। ਸੋ ਫਰੈਂਡਸ, ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਆਪਾਂ। ਇਹਦੇ ਵਿੱਚ ਮੈਂ ਤੁਹਾਨੂੰ ਸ਼ੈਨਗਨ ਵੀਜ਼ਾ ਡਾਕੂਮੈਂਟਸ ਕਿਹੜੇ ਨੇ ਐਂਡ ਉਹਨਾਂ ਦੀ ਹਰ ਇੱਕ ਡਾਕੂਮੈਂਟਸ ਦੀ ਕੀ ਇੰਪੋਰਟੈਂਸ ਹੈ, ਉਹ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਦੱਸਾਂਗਾ। ਠੀਕ ਹੈ ਜੀ। ਤੁਸੀਂ ਵੀਡੀਓ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਣਾ, ਕਿਉਂਕਿ ਇਹਦੇ ਵਿੱਚ ਤੁਹਾਨੂੰ ਸ਼ੈਨਗਨ ਵੀਜ਼ਾ ਡਾਕੂਮੈਂਟਸ ਦਾ ਕਲੀਅਰ ਹੋਊਗਾ ਕਿ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਈਜ਼ੀਲੀ ਵੀਜ਼ਾ ਲੈ ਸਕਦੇ ਹੋ। ਕੋਈ ਵੀ ਵੀਜ਼ਾ ਟਫ ਨਹੀਂ ਹੁੰਦਾ, ਆਸਾਨੀ ਦੇ ਨਾਲ ਵੀਜ਼ਾ। ਅਗਰ ਰਿਫਿਊਜ਼ਲ ਵੀ ਤੁਹਾਡਾ ਪ੍ਰੀਵੀਅਸ ਲਿਆ ਆਇਆ ਹੈਗਾ ਕਿਸੇ ਵੀ ਕੰਟਰੀ ਦਾ, ਸ਼ੈਨਗਨ ਹੋਵੇ ਜਾਂ ਹੋਰ ਕਿਸੇ ਕੰਟਰੀ ਦਾ, ਤੁਸੀਂ ਵੀਜ਼ਾ ਫਿਰ ਦੁਬਾਰਾ ਲੈ ਸਕਦੇ ਹੋ। ਬਸ ਸਿਰਫ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਫਾਈਲ ਕਿਸ ਤਰ੍ਹਾਂ ਲਗਾਉਣੀ ਨੇ, ਕਿਹੜੇ ਡਾਕੂਮੈਂਟਸ ਲਗਾਉਣੇ ਨੇ, ਹਰ ਇੱਕ ਡਾਕੂਮੈਂਟਸ ਦੇ ਵਿੱਚ ਕੁਝ ਨਾ ਕੁਝ ਇੰਪੋਰਟੈਂਸ ਹੁੰਦੀ ਹੈ। ਸੋ ਮੈਂ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਸਾਰੇ ਡਾਊਟ ਤੁਹਾਡੇ ਕਲੀਅਰ ਕਰਾਂਗਾ। ਸੋ ਸ਼ੁਰੂ ਤੋਂ ਐਂਡ ਤੱਕ ਵੀਡੀਓ ਦੇਖੋ, ਸੋ ਤੁਹਾਨੂੰ ਕਾਫੀ ਕੁਝ ਇਨਫੋਰਮੇਸ਼ਨ ਮਿਲੂ। ਸੋ ਬੇਸਿਕਲੀ ਸਾਨੂੰ ਡਾਕੂਮੈਂਟਸ ਤੁਸੀਂ BFS ਦੀ ਸਾਈਟ ਤੇ ਚੈੱਕਲਿਸਟ ਵੀ ਦੇ ਸਕਦੇ ਹੋ। ਉਹਦੇ 'ਤੇ ਬੇਸਿਕਲੀ ਡਾਕੂਮੈਂਟਸ ਜੋ ਕੱਢੇ ਹੁੰਦੇ ਨੇ, ਉਹ ਸਾਹਮਣੇ ਮੈਂ ਤੁਹਾਡੀ ਸਕਰੀਨ ਤੇ ਆ ਰਹੇ ਨੇ। ਉਹਦੇ ਵਿੱਚ ਪਾਸਪੋਰਟ ਪਲੱਸ 올ਡ ਪਾਸਪੋਰਟ, ਫੋਟੋਗ੍ਰਾਫ, ਫਾਈਨੈਂਸ਼ੀਅਲ ਡਾਕੂਮੈਂਟਸ, जॉब और बिजनेस प्रूफ, टिकट रिजर्वेशन, होटल बुकिंग, ट्रैवल इंश्योरेंस, कवर लैटर, ट्रैवल प्लान ਜਾਂ ਐਟਨਰੀ। ਇਹ ਡਾਕੂਮੈਂਟਸ ਤੁਹਾਨੂੰ ਈਜ਼ੀਲੀ ਉਹਦੇ ਤੇ ਇਨਫੋਰਮੇਸ਼ਨ ਮਿਲ ਜਾਂਦੀ ਹੈ। ਡਾਕੂਮੈਂਟਸ ਚਾਹੀਦੇ ਨੇ, ਬਟ ਇਹਨਾਂ ਡਾਕੂਮੈਂਟਸ ਨੂੰ ਅਗਰ ਮੈਂ ਐਕਸਪਲੇਨ ਕਰਾਂ ਤੇ ਡਾਕੂਮੈਂਟਸ ਦੇ ਵਿੱਚ ਕਾਫੀ ਕੁਝ ਐਕਸਪਲੇਨ ਕਰਨ ਵਾਲਾ ਹੈ, ਜੋ ਤੁਹਾਨੂੰ ਉਹਦੇ ਵਿੱਚ ਨੌਲੇਜ ਹੋਣੀ ਚਾਹੀਦੀ ਪ੍ਰੋਪਰਲੀ ਕਿ ਕੀ ਡਾਕੂਮੈਂਟਸ ਕਿਸ ਤਰ੍ਹਾਂ ਲਗਾਉਣਾ ਹੈ ਕਿ ਸਾਡੇ ਚਾਂਸਸ ਮੈਕਸਿਮਮ ਹੋਣ ਕਿ ਵੀਜ਼ਾ ਸਾਨੂੰ ਈਜ਼ੀਲੀ ਮਿਲ ਜਾਵੇ। ਸੋ ਦੋਸਤੋ, ਮੈਂ ਡਾਕੂਮੈਂਟਸ ਜਿਹੜੇ ਤੁਹਾਨੂੰ ਪਹਿਲਾਂ ਦੱਸੇ ਸੀਗੇ, ਉਹਨਾਂ ਨੂੰ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਐਕਸਪਲੇਨ ਕਰਦਾ ਹਾਂ। ਸਭ ਤੋਂ ਇੰਪੋਰਟੈਂਟ ਤੁਹਾਡਾ ਪਾਸਪੋਰਟ ਹੁੰਦਾ ਹੈ। ਤੁਹਾਡਾ ਪਾਸਪੋਰਟ ਓਰੀਜਨਲ ਜਾਂਦਾ ਹੈ ਫਾਈਲ ਦੇ ਨਾਲ, ਵੈਲਿਡ ਹੋਣਾ ਚਾਹੀਦਾ ਤੁਹਾਡਾ ਪਾਸਪੋਰਟ। ਠੀਕ ਹੈ ਜੀ। ਉੱਥੇ 2 ਐਮਟੀ ਪੇजेस ਹੋਣੇ ਚਾਹੀਦੇ ਆ ਫॉर ਵੀਜ਼ਾ ਸਟਿੱਕਰ ਐਂਡ ਸਟੈਂਪ ਇਨ ਆਊਟ ਦੀ ਸਟੈਂਪ ਜਿਹੜੀ ਹੁੰਦੀ ਹੈ ਉਹਦੇ ਵਾਸਤੇ। ਵੈਲਿਡਿਟੀ ਪਾਸਪੋਰਟ ਦੀ ਤੁਹਾਡੀ ਜਿਹੜੇ ਟ੍ਰਿਪ ਤੋਂ ਤੁਸੀਂ ਵਾਪਸ ਆਉਂਦੇ ਹੋ ਉਹ ਤੋਂ 3 ਮਹੀਨੇ ਪਲੱਸ ਵੈਲਿਡਿਟੀ ਹੋਣੀ ਚਾਹੀਦੀ ਹੈ। ਜੇ ਤੁਸੀਂ 1 ਦਸੰਬਰ ਨੂੰ ਜਾ ਰਹੇ ਹੋ, 1 ਦਸੰਬਰ ਤੋਂ 7 ਦਸੰਬਰ ਤੱਕ ਤੁਹਾਡਾ ਪਲਾਨ ਹੈ, ਸੋ ਤੁਹਾਡਾ ਜਿਹੜਾ ਪਾਸਪੋਰਟ ਹੈ 7 ਦਸੰਬਰ ਤੋਂ ਬਾਅਦ ਵੀ ਅਗਰ ਤੁਸੀਂ ਵਾਪਸ ਕੰਟਰੀ 'ਚ ਇਨ ਕਰਦੇ ਹੋ ਇੰਡੀਆ ਦੇ ਵਿੱਚ, ਤੇ ਤੁਹਾਡਾ ਪਾਸਪੋਰਟ ਉਸ ਤੋਂ ਬਾਅਦ ਵੀ 3 ਮਹੀਨੇ ਵੈਲਿਡ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਉਸ ਤੋਂ ਇਲਾਵਾ ਤੁਹਾਨੂੰ ਪੁਰਾਣਾ ਪਾਸਪੋਰਟ ਅਗਰ ਤੁਹਾਡੇ ਕੋਲ ਕੋਈ ਹੈ, ਕੈਂਸਲ ਪਾਸਪੋਰਟ ਹੈ ਜਾਂ ਕੋਈ ਐਕਸਪਾਇਰ ਪਾਸਪੋਰਟ ਹੈ, ਉਹ ਵੀ ਲਗਾ ਸਕਦੇ ਹੋ। ਬਹੁਤ ਸਾਰੀ ਐਮਬੈਸੀਜ਼ ਤੁਹਾਡੇ ਕੋਲ ਪੁਰਾਣੇ ਪਾਸਪੋਰਟ ਮੰਗਦੇ ਨੇ। ਸੋ ਤੁਹਾਡੇ ਕੋਈ ਪੁਰਾਣੇ ਪਾਸਪੋਰਟ 'ਤੇ ਜਾਂ ਕਰੰਟ ਪਾਸਪੋਰਟ 'ਤੇ ਕੋਈ ਵੀ ਵੀਜ਼ਾ ਹੈ, ਮੈਂ 100% ਇਹ ਕਹਾਂਗਾ ਕਿ ਤੁਸੀਂ ਵੀਜ਼ੇ ਦੀ ਕਾਪੀ ਕਲਰ ਜ਼ਰੂਰ ਲਗਾਓ। ਇਹ ਨਾ ਹੋਵੇ ਕਿ ਤੁਸੀਂ ਵੀਜ਼ੇ ਦੀ ਕਾਪੀ ਨਹੀਂ ਲਗਾਈ ਐਂਡ ਵੀਜ਼ਾ ਅਫਸਰ ਵੀ ਜਲਦੀ ਦੇ ਵਿੱਚ ਕਈ ਵਾਰੀ ਹੁੰਦੇ ਹੈ, ਉਹ ਤੁਹਾਡੇ ਪਾਸਪੋਰਟ ਦੇ ਪੁਰਾਣੇ ਵੀਜ਼ੇ ਨਹੀਂ ਦੇਖ ਪਾਉਂਦੇ। ਤੁਹਾਡੇ ਕਵਰ ਲੈਟਰ ਦੇ ਵਿੱਚ ਵੀ ਤੁਸੀਂ ਮੈਂਸ਼ਨ ਕਰਦੇ ਹੋ ਕਈ ਵਾਰੀ ਉਹ ਜਲਦੀ ਦੇ ਨਹੀਂ ਪੜ੍ਹ ਪਾਉਂਦੇ, ਪਰ ਵੀਜ਼ੇ ਦੀ ਕਾਪੀ ਜ਼ਰੂਰ ਲਗਾਓ ਇਸ ਲਈ। ਸੋ ਉਸ ਤੋਂ ਬਾਅਦ ਕੋਈ ਵੀਜ਼ਾ ਹੈ, ਜਿਸ ਤਰ੍ਹਾਂ ਵੀਜ਼ਾ ਆਉਂਦਾ, ਆਸਟ੍ਰੇਲੀਆ ਦਾ ਵੀਜ਼ਾ, ਨਿਊਜ਼ੀਲੈਂਡ ਦਾ ਵੀਜ਼ਾ ਹੈ, ਤੁਸੀਂ ਉਹਦੀ ਵੀ ਕਾਪੀ ਲਗਾ ਸਕਦੇ ਹੋ। ਉਸ ਤੋਂ ਬਾਅਦ ਤੁਹਾਨੂੰ ਫੋਟੋਗ੍ਰਾਫ ਚਾਹੀਦੇ ਨੇ 2। ਤੁਸੀਂ BFS ਜਾ ਕੇ ਵੀ ਫੋਟੋਗ੍ਰਾਫ ਖਿਚਵਾ ਸਕਦੇ ਹੋ। ਠੀਕ ਹੈ। ਉਸ ਤੋਂ ਇਲਾਵਾ ਫੋਟੋਗ੍ਰਾਫ ਦਾ ਜੋ ਸਾਈਜ਼ ਹੈ ਉਹ 45x35 mm ਹੁੰਦਾ ਹੈ। ਵਾਈਟ ਬੈਕਗਰਾਉਂਡ ਹੁੰਦੀ, नो बॉर्डर, 80% फीस। सो दोस्तों, फाइनेंशियल डॉक्यूमेंट्स ਵਿੱਚ ਆਉਂਦੇ ਆ ਸਭ ਤੋਂ ਇੰਪੋਰਟੈਂਟ ਹੈ ਬੈਂਕ ਸਟੇਟਮੈਂਟ। ਕੁਝ ਇੱਕ ਐਮਬੈਸੀ 3 ਮੰਥ ਤੋਂ 6 ਬੈਂਕ ਸਟੇਟਮੈਂਟ 3 ਮੰਥ ਦੀ ਬੈਂਕ ਸਟੇਟਮੈਂਟ ਨਾਲ ਸੈਟੀਸਫਾਈਡ ਹੋ ਜਾਂਦੇ। ਜਿਸ ਤਰ੍ਹਾਂ ਚੈੱਕ ਰਿਪਬਲਿਕ ਹੈ ਜਾਂ ਨੀਦਰਲੈਂਡ ਹੈ ਦੀ ਐਮਬੈਸੀ ਹੈ, ਉਹ 3 ਮੰਥ ਦੀ ਬੈਂਕ ਸਟੇਟਮੈਂਟ ਮੰਗਦੇ ਨੇ। ਤੁਸੀਂ ਕੋਸ਼ਿਸ਼ ਕਰੋ 3 ਮੰਥ ਦੀ ਨਹੀਂ, 6 ਮੰਥ ਦੀ ਬੈਂਕ ਸਟੇਟਮੈਂਟ ਹੋ, ਕਿਉਂਕਿ ਉਹਦੇ ਵਿੱਚ 6 ਮੰਥ ਦੇ ਵਿੱਚ ਤੁਹਾਡੇ ਟ੍ਰਾਂਜੈਕਸ਼ਨਸ ਕਾਫੀ ਜ਼ਿਆਦਾ ਹੁੰਦੇ ਨੇ। ਸੋ ਬੈਂਕ ਸਟੇਟਮੈਂਟ ਆਲਵੇਜ਼ ਸਟੈਂਪ ਐਂਡ ਸਾਈਨ ਦਿਓ, ਬੈਂਕ ਦੀ ਸਟੈਂਪ ਐਂਡ ਸਾਈਨ ਜਿਹੜੀ ਤੁਹਾਡੀ ਬ੍ਰਾਂਚ ਹੈ
ਅਗਰ ਤੁਸੀਂ ਉਹ ਬ੍ਰਾਂਚ ਨਹੀਂ ਵਿਜ਼ਿਟ ਕਰ ਸਕਦੇ ਹੋਰ ਬ੍ਰਾਂਚ ਤੋਂ, ਉਹ ਤੁਸੀਂ ਸਟੈਂਪ ਐਂਡ ਸਾਈਨ ਜ਼ਰੂਰ ਕਰਾਉਣਾ ਹੈ, ਸਰਟੀਫਾਈਡ ਕਾਪੀ ਦੇਣੀ ਹੈ। ਔਰ ਕੋਸ਼ਿਸ਼ ਕਰੋ A4 ਸਾਈਜ਼ ਦੇ ਬੈਂਕ ਸਟੇਟਮੈਂਟ ਦੇਣ ਦੀ ਸ਼ੈਂਗਨ ਕੇਸਿਸ ਦੇ ਵਿੱਚ, ਠੀਕ ਹੈ ਜੀ। ਔਰ ਇਸ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਬੈਂਕ ਬੈਲੈਂਸ ਕਿੰਨਾ ਹੋਣਾ ਚਾਹੀਦਾ ਤੁਹਾਡੀ ਬੈਂਕ ਸਟੇਟਮੈਂਟ ਦੇ ਵਿੱਚ, ਜੋ ਕਾਫੀ ਇੰਪੋਰਟੈਂਟ ਹੈ। ਜੋ ਬੈਂਕ ਬੈਲੈਂਸ ਹੈ ਉਹ ਸ਼ੈਂਗਨ ਵੀਜ਼ੇ ਦੇ ਵਿੱਚ ਮੈਂ ਦੇਖਿਆ ਕਾਫੀ ਕੇਸਿਸ ਦੇ ਵਿੱਚ 2 ਲੱਖ ਤੇ 2 ਲੱਖ ਤੁਹਾਡੇ ਐਂਡ ਅਮਾਊਂਟ ਹੈ, ਕਲੋਜ਼ਿੰਗ ਬੈਲੈਂਸ 2 ਲੱਖ ਹੈ, ਤਾਂ ਵੀ ਤੁਹਾਨੂੰ ਵੀਜ਼ਾ ਮਿਲ ਜਾਂਦਾ ਈਜ਼ਲੀ। ਕੋਈ ਇਹ ਹਾਰਡ ਐਂਡ ਫਾਸਟ ਰੂਲ ਨਹੀਂ ਇੱਦਾਂ ਹੈ ਕਿ ਤੁਹਾਡੇ 10 ਲੱਖ ਹੋਣੀ ਚਾਹੀਦੀ ਹੈ, 5 ਲੱਖ ਹੋਣੀ ਚਾਹੀਦੀ ਹੈ। ਮੈਂ 2 ਲੱਖ ਤੇ ਵੀ ਵੀਜ਼ਾ ਲੱਗਦਾ ਬਹੁਤ ਵਾਰ ਦੇਖਿਆ ਹੋਇਆ, ਠੀਕ ਹੈ ਜੀ। ਸੋ ਮੈਂ ਤੁਹਾਨੂੰ ਇਹੀ ਰਿਕਮੈਂਡ ਕਰਾਂਗਾ ਤੁਸੀਂ 2 ਲੱਖ ਪਲੱਸ ਜਿੰਨੇ ਮਰਜ਼ੀ ਉਹਦੇ 'ਚ ਪੈਸੇ ਪਾ ਸਕਦੇ ਹੋ, ਬਟ ਇਹ ਗੱਲ ਜ਼ਰੂਰ ਧਿਆਨ ਰੱਖਣੀ ਕਿ ਤੁਹਾਡੀ ਬੈਂਕ ਬੈਲੈਂਸ ਜਿਹੜਾ ਹੈਗਾ ਉਹ ਇੱਕ ਜਗ੍ਹਾ ਖੜਾ ਨਹੀਂ ਹੋਣਾ ਚਾਹੀਦਾ। ਤੁਹਾਡੀ ਟ੍ਰਾਂਜੈਕਸ਼ਨਸ ਹੋਣੀਆਂ ਚਾਹੀਦੀਆਂ ਨੇ, ਤੁਹਾਡੀ ਸੈਲਰੀ ਅਗਰ ਉਸ ਅਕਾਊਂਟ 'ਚ ਆਉਂਦੀ ਹੈ ਜਾਂ ਇਨ ਆਊਟ ਹੋਣਾ ਚਾਹੀਦਾ ਜ਼ਰੂਰ, ਠੀਕ ਹੈ ਜੀ। ਮੈਂ ਇੱਕ ਡਿਫਰੈਂਟ ਵੀਡੀਓ ਬਣਾਵਾਂਗਾ ਜਸਟ ਬੈਂਕ ਸਟੇਟਮੈਂਟ 'ਤੇ, ਉਸ ਦੇ ਵਿੱਚ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ ਕਿ ਬੈਂਕ ਸਟੇਟਮੈਂਟ ਡਿਫਰੈਂਟ ਐਮਬੈਸੀ ਲਈ ਕਿਸ ਤਰ੍ਹਾਂ ਮੇਨਟੇਨ ਕਰ ਸਕਦੇ ਹੋ। ਸੋ ਤੁਸੀਂ ਇਸ ਤੋਂ ਇਲਾਵਾ ਬੈਂਕ ਸਟੇਟਮੈਂਟ ਤੋਂ ਇਲਾਵਾ ਹੋਰ ਵੀ ਡਾਕੂਮੈਂਟਸ ਲਗਾ ਸਕਦੇ ਹੋ, ਜਿਵੇਂ ਟਰੈਵਲ ਚੈੱਕ, ਕ੍ਰੈਡਿਟ ਕਾਰਡ ਸਟੇਟਮੈਂਟ। ਕ੍ਰੈਡਿਟ ਕਾਰਡ ਸਟੇਟਮੈਂਟ ਮੈਂ ਕਾਫੀ ਵਾਰ ਦੇਖਿਆ ਕਿ ਕਈ ਮੇਰੇ ਫਰੈਂਡਸ ਕ੍ਰੈਡਿਟ ਕਾਰਡ ਸਟੇਟਮੈਂਟ ਲੈ ਕੇ ਆਉਂਦੇ ਜਿਹਦੇ ਵਿੱਚ ਉਹਨਾਂ ਦੇ ਵਿੱਚ ਐਂਡ ਦੇ ਵਿੱਚ ਕੋਈ ਵੀ ਅਮਾਊਂਟ ਨਹੀਂ ਹੁੰਦਾ, ਸੋ ਉਹ ਸਾਰਾ ਅਮਾਊਂਟ ਆਲਰੇਡੀ ਯੂਜ਼ ਕਰ ਚੁੱਕੇ ਹੁੰਦੇ ਨੇ। ਸੋ ਇਸ ਤਰ੍ਹਾਂ ਦੀ ਕ੍ਰੈਡਿਟ ਕਾਰਡ ਸਟੇਟਮੈਂਟ ਨਹੀਂ ਲਗਾਉਣੀ, ਉਹ ਵੀ ਨੈਗੇਟਿਵ ਤੁਹਾਡੇ ਉਹਦੇ 'ਚ ਨੈਗੇਟਿਵ ਰਿਜ਼ਲਟ ਆ ਸਕਦਾ ਹੈ। ਸੋ ਕ੍ਰੈਡਿਟ ਕਾਰਡ ਅਗਰ ਤੁਹਾਡੀ 50,000 ਦੀ ਲਿਮਿਟ ਹੈ, ਤੁਸੀਂ ਉਹਦੇ 'ਚ 10,000 ਯੂਜ਼ ਕਰ ਚੁੱਕੇ ਹੋ, 40,000 ਦੀ ਤੁਸੀਂ ਅਗਰ ਲਿਮਿਟ ਹੈ ਤੇ ਤੁਸੀਂ ਲਗਾ ਸਕਦੇ ਹੋ। ਸੋ ਇਹ ਬੈਂਕ ਸਟੇਟਮੈਂਟ ਤੋਂ ਇਲਾਵਾ ਕ੍ਰੈਡਿਟ ਕਾਰਡ ਸਟੇਟਮੈਂਟ ਲਗਾਉਣੀ ਹੈ, ਬੈਂਕ ਸਟੇਟਮੈਂਟ ਮਸਟ ਹੈ। ਓਕੇ, ਤੁਸੀਂ ਤੁਹਾਡੇ ਕੋਲ ਕੋਈ ਫਿਕਸ ਡਿਪੋਜ਼ਿਟ ਪਿਆ ਹੈ, ਫਿਕਸ ਡਿਪੋਜ਼ਿਟ ਦੀ ਕਲਰ ਕਾਪੀ ਬੈਂਕ ਤੋਂ ਸਰਟੀਫਾਈਡ ਕਰਾ ਕੇ ਕਾਪੀ ਲਗਾ ਸਕਦੇ ਹੋ। ਫਿਕਸ ਡਿਪੋਜ਼ਿਟ ਦੀ ਹਰ ਇੱਕ ਬੈਂਕ ਤੁਹਾਨੂੰ ਉਹਦੇ ਵਿੱਚ ਉਹਦੀ ਬੈਂਕ ਸਟੇਟਮੈਂਟ ਦੇ ਦਿੰਦਾ ਹੈ ਫਿਕਸ ਡਿਪੋਜ਼ਿਟ ਦੀ, ਤੁਸੀਂ ਉਹ ਵੀ ਲਗਾ ਸਕਦੇ ਹੋ, ਸਰਟੀਫਾਈਡ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਤੁਸੀਂ ਮਿਊਚੁਅਲ ਫੰਡਸ ਤੁਹਾਡੇ ਉਹਨਾਂ ਦੀ ਸਟੇਟਮੈਂਟ ਲਗਾ ਸਕਦੇ ਹੋ। ਸੋ ਫਰੈਂਡਸ, ਨੈਕਸਟ ਸਟੈਪ ਆ ਜਾਂਦਾ ਹੈ ਜੌਬ ਪ੍ਰੂਫਸ। ਤੁਸੀਂ ਪ੍ਰਾਈਵੇਟ ਜੌਬ ਕਰਦੇ ਹੋ ਜਾਂ ਗਵਰਨਮੈਂਟ ਜੌਬ ਕਰਦੇ ਹੋ ਜਾਂ ਬਿਜ਼ਨਸ ਜੌਬ ਕਰਦੇ ਹੋ, ਉਹ ਇਸ ਦੇ ਵਿੱਚ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ। ਸੋ ਅਗਰ ਤੁਸੀਂ ਪ੍ਰਾਈਵੇਟ ਸੈਕਟਰ ਜਾਂ ਗਵਰਨਮੈਂਟ ਸੈਕਟਰ 'ਚ ਜੌਬ ਕਰਦੇ ਹੋ, ਤੁਹਾਨੂੰ NOC ਚਾਹੀਦੀ ਹੈ ਇੰਪਲਾਇਰ ਤੋਂ, ਠੀਕ ਹੈ ਜੀ। ਉਹਦੇ ਵਿੱਚ ਅਪਰੂਵਲ ਹੋਣੀ ਚਾਹੀਦੀ ਹੈ ਹੌਲੀਡੇਜ਼ ਵਾਸਤੇ। ਅਗਰ ਤੁਸੀਂ ਸੇ ਲਾਈਕ ਤੁਸੀਂ ਇੱਕ ਡੇਟ ਹੈ 1 ਅਕਤੂਬਰ ਤੋਂ 7 ਅਕਤੂਬਰ, ਅਗਰ ਤੁਸੀਂ ਹੌਲੀਡੇਜ਼ ਵਾਸਤੇ ਜਾਂਦੇ ਹੋ ਤਾਂ ਉਹਦੇ ਵਿੱਚ ਮੈਂਸ਼ਨ ਹੋਣਾ ਚਾਹੀਦਾ ਹੈ ਕਿ ਤੁਹਾਡਾ EMPLOYER ਜਿਹੜਾ 1 ਤੋਂ 7 ਅਕਤੂਬਰ ਤੱਕ ਤੁਹਾਨੂੰ ਹੌਲੀਡੇਜ਼ ਗ੍ਰਾਂਟ ਕਰ ਰਿਹਾ, ਠੀਕ ਹੈ ਜੀ। ਉੱਥੇ ਸੋ NOC ਦੇ ਵਿੱਚ ਤੁਹਾਡਾ ਕੀ ਰੋਲ ਹੈ ਆਫਿਸ ਦੇ ਵਿੱਚ, ਸੋ ਉਹ ਸਾਰਾ ਐਕਸਪਲੇਨ ਕਰ ਸਕਦੇ ਹਾਂ, ਠੀਕ ਹੈ ਜੀ। ਉਹ NOC ਤੁਹਾਡੇ ਕੰਪਨੀ ਦੇ ਲੈਟਰ ਹੈਡ ਤੇ ਵਿਦ ਸਾਈਨ ਐਂਡ ਸਟੈਂਪ ਹੋਣੀ ਚਾਹੀਦੀ ਹੈ। ਸੋ ਉਸ ਤੋਂ ਇਲਾਵਾ ਨਾਲ ਤੁਸੀਂ ਜੌਬ ID ਕਾਰਡ ਵੀ ਲਗਾ ਸਕਦੇ ਹੋ, ਉਹਦੀ ਕਲਰਡ ਕਾਪੀ, ਓਰੀਜਨਲ ਨਹੀਂ ਕਲਰਡ ਕਾਪੀ ਤੁਸੀਂ ਲਗਾ ਸਕਦੇ ਹੋ। EMPLOYMENT ਕੰਟਰੈਕਟ, ਜੁਆਇਨਿੰਗ ਲੈਟਰ, ਇਹ EMPLOYMENT ਕੰਟਰੈਕਟ ਜਾਂ ਜੁਆਇਨਿੰਗ ਲੈਟਰ ਇਹ ਵੀ ਕਾਫੀ ਇੰਪੋਰਟੈਂਟ ਡਾਕੂਮੈਂਟਸ ਹੈ, ਤੁਸੀਂ ਲਗਾ ਸਕਦੇ ਹੋ। ਅਗਰ ਡਾਕੂਮੈਂਟਸ ਹੋਰ ਲੈਂਗੁਏਜ ਹਿੰਦੀ 'ਚ ਹੈ, ਪੰਜਾਬੀ ਦੇ ਵਿੱਚ ਹੈ, ਸੋ ਤੁਸੀਂ ਉਹਨੂੰ ਇੰਗਲਿਸ਼ ਟ੍ਰਾਂਸਲੇਸ਼ਨ ਕਰਾ ਕੇ ਉਹਨੂੰ ਨੋਟਰੀ ਕਰਾ ਲਓ, ਉਹ ਵੀ ਤੁਸੀਂ ਨਾਲ ਲਗਾ ਸਕਦੇ ਹੋ। ਦੋਨੇ ਲਗਾਉਣੇ, ਨੋਟਰੀ ਤੇ ਦੂਜੇ ਵੀ ਲੈਂਗੁਏਜ। ਕਈ ਵਾਰ ਐਮਬੈਸੀ ਕਹੀ ਹੁੰਦੀ ਹੈ ਕਿ ਅਦਰ ਲੈਂਗੁਏਜ ਦਾ ਨਹੀਂ ਲੈਂਦੇ, ਤਾਂ ਤੁਸੀਂ ਨੋਟਰੀ ਵਾਲਾ ਸਬਮਿਟ ਕਰਾ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ ਪੇ ਸਲਿੱਪ ਜਾਂ ਵੇ ਸਲਿੱਪ ਜਾਂ ਸੈਲਰੀ ਸਲਿੱਪ, ਸੇਮ ਇੱਕ ਹੀ ਚੀਜ਼ ਹੁੰਦੀ ਹੈ, ਤੁਸੀਂ ਉਹ ਮਿਨੀਮਮ 3 ਮੰਥ ਦੀ ਜ਼ਰੂਰ ਲਗਾਉਣੀ ਹੈ। ਕਈ ਵਾਰ ਹੁੰਦਾ ਹੈ ਕਿ ਆਪਾਂ ਸੈਲਰੀ ਸਰਟੀਫਿਕੇਟ ਲਗਾਉਂਦੇ ਨੇ, ਬਟ ਮੈਂ ਰਿਕਮੈਂਡ ਕਰਾਂਗਾ ਤੁਸੀਂ ਪੇ ਸਲਿੱਪ ਲਗਾਓ, ਠੀਕ ਹੈ ਜੀ। ਉਸ ਤੋਂ ਇਲਾਵਾ ਸੈਲਰੀ ਅਕਾਊਂਟ ਬੈਂਕ ਸਟੇਟਮੈਂਟ, ਤੁਹਾਡੀ ਗਵਰਨਮੈਂਟ ਜੌਬ ਤੋਂ ਜਾਂ ਪ੍ਰਾਈਵੇਟ ਜੌਬ ਤੋਂ ਜਿਸ ਅਕਾਊਂਟ ਦੇ ਵਿੱਚ ਸੈਲਰੀ ਆਉਂਦੀ ਹੈ, ਕੋਸ਼ਿਸ਼ ਕਰੋ ਉਸ ਅਕਾਊਂਟ ਦੇ ਵਿੱਚ ਉਸ ਅਕਾਊਂਟ ਨੂੰ ਸ਼ੋ ਕਰਨ ਦੀ। 6 ਮੰਥ ਦੀ ਸਟੇਟਮੈਂਟ ਬੇਸ਼ੱਕ ਤੁਹਾਨੂੰ 20,000 ਆਉਂਦਾ, 40,000, 50,000, 60,000 ਆਉਂਦਾ ਹੈ ਪਰ ਮੰਥ, ਤੁਸੀਂ ਉਹਦੀ 6 ਮੰਥ ਦੀ ਸਟੇਟਮੈਂਟ ਲਗਾ ਸਕਦੇ ਹੋ। ਔਰ ਕੋਸ਼ਿਸ਼ ਕਰੋ ਸਟੇਟਮੈਂਟ ਜਿੰਨੀਆਂ ਵੀ ਲਗਾਉਣੀਆਂ A4 ਸਾਈਜ਼ ਸੀਟ ਤੇ ਹੋਣ, ਜ਼ਿਆਦਾ ਬੈਟਰ ਹੈ। ਸੋ ਫਰੈਂਡਸ, ਇਹਨਾਂ ਡਾਕੂਮੈਂਟਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਡਾਕੂਮੈਂਟ ਹੈ ਇਨਕਮ ਟੈਕਸ ਰਿਟਰਨ, ਜੋ ਮਿਨੀਮਮ ਤੁਸੀਂ 2 ਸਾਲ ਦੀ ਹੈ, ਕਿਉਂਕਿ ਮੈਂ ਕਾਫੀ ਕੇਸਿਸ ਦੇਖੇ ਹੈ ਕਿ ਜਿਹਦੇ ਵਿੱਚ 2 ਸਾਲ ਦੀ ਤੁਸੀਂ ਆਪਾਂ ਰਿਟਰਨ ਲਗਾਉਂਦੇ ਨੇ ਤਾਂ ਵੀ ਵੀਜ਼ਾ ਆ ਜਾਂਦਾ। 3 ਸਾਲ ਦੀ ਰਿਟਰਨ ਵੀ ਲਗਾ ਸਕਦੇ ਹੋ, ਕੁਝ ਐਮਬੈਸੀ 3 ਸਾਲ ਦੀ ਰਿਟਰਨ ਮੰਗਦੇ ਹੋ। ਅਗਰ
ਤੁਹਾਡੇ ਕੋਲ 3 ਸਾਲ ਦੀ ਨਹੀਂ ਹੈ, ਤੁਸੀਂ 2 ਸਾਲ ਦੀ ਲਗਾ ਸਕਦੇ ਹੋ। ਤੁਸੀਂ ਆਪਣੇ ਕਵਰ ਲੈਟਰ ਵਿੱਚ ਮੈਂਸ਼ਨ ਕਰ ਸਕਦੇ ਹੋ ਕਿ ਮੈਂ ਜਸਟ ਮੈਂ ਰਿਟਰਨ 2 ਸਾਲ ਤੋਂ ਫਿਲ ਕਰਦਾ ਹਾਂ, ਸੋ 2 ਸਾਲ ਦੀ ਰਿਟਰਨ ਵੀ ਚੱਲ ਜੂਗੀ। ਸੋ ਇਹ ਰਿਟਰਨ ਤੁਹਾਡੀ ਪਰਸਨਲ ਰਿਟਰਨ ਹੋਊਗੀ, ਠੀਕ ਹੈ। ਬਿਜ਼ਨਸ ਦੀ ਇਨਕਮ ਟੈਕਸ ਰਿਟਰਨ ਕੋਈ ਲੋੜ ਨਹੀਂ ਹੈ ਲਗਾਉਣ ਦੀ। ਸੋ ਫਰੈਂਡਸ, ਨੈਕਸਟ ਟੌਪਿਕ ਤੇ ਆਉਂਦੇ ਨੇ। ਨੈਕਸਟ ਹੈ ਬਿਜ਼ਨਸ। ਇਨ ਕੇਸ ਤੁਸੀਂ ਜੌਬ ਨਹੀਂ ਕਰਦੇ, ਤੁਸੀਂ ਬਿਜ਼ਨਸ ਕਰਦੇ ਹੋ ਜਾਂ ਤੁਸੀਂ ਸੈਲਫ ਇੰਪਲਾਇਡ ਹੋ, ਤੁਸੀਂ ਉਸ ਦੇ ਵਿੱਚ ਬਿਜ਼ਨਸ ਦੀ ਰਜਿਸਟ੍ਰੇਸ਼ਨ ਜਾਂ ਕੋਈ ਵੀ ਲੋਕਲ ਲੈਵਲ ਤੇ ਜਾਂ ਲੋਕਲ ਰਜਿਸਟ੍ਰੇਸ਼ਨ ਹੈ ਤੁਸੀਂ ਲਗਾ ਸਕਦੇ ਹੋ। ਸੋ ਮੈਂ ਤੁਹਾਨੂੰ ਰਜਿਸਟ੍ਰੇਸ਼ਨ ਦੱਸ ਐਕਸਪਲੇਨ ਕਰ ਰਿਹਾ ਕਿ ਕਿਸ ਤਰ੍ਹਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਜਦੋਂ ਤੱਕ ਐਮਬੈਸੀ ਨਹੀਂ ਮੰਗਦੀ। ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਅੱਜ ਕੱਲ੍ਹ ਬੜੀ ਕਾਮਨ ਹੈ, ਇੱਕ MSME ਰਜਿਸਟ੍ਰੇਸ਼ਨ। ਤੁਸੀਂ ਆਧਾਰ ਉਦਯੋਗ ਦੀ ਸਾਈਟ ਤੇ ਈਜ਼ਲੀ ਖੁਦ ਵੀ ਬੈਠ ਕੇ ਕਰ ਸਕਦੇ ਹੋ, ਰਜਿਸਟ੍ਰੇਸ਼ਨ ਈਜ਼ਲੀ ਹੋ ਜਾਂਦੀ ਹੈ, ਠੀਕ ਹੈ ਜੀ। GST ਨੰਬਰ ਲਗਾ ਸਕਦੇ ਹੋ। GST ਨੰਬਰ ਦਾ ਉਹ ਪੇਜ ਲਗਾਉਣਾ ਜਿਸ ਦੇ ਫਰੰਟ ਤੇ GST ਨੰਬਰ ਤੁਹਾਡੀ ਫਰਮ ਦਾ ਲਿਖਿਆ ਹੁੰਦਾ ਹੈ, ਤੇ ਨੈਕਸਟ ਤੇ ਤੁਹਾਡੀ ਫੋਟੋ ਹੁੰਦੀ ਹੈ, ਉਹ ਵਾਲੀ GST ਦਾ ਤੁਸੀਂ ਲਗਾਉਣਾ ਹੈ। COI ਲਗਾ ਸਕਦੇ ਹੋ, ਸਰਟੀਫਿਕੇਟ ਆਫ ਇਨਕੋਰਪੋਰੇਸ਼ਨ। ਇਨ ਕੇਸ ਆਫ ਪ੍ਰਾਈਵੇਟ ਲਿਮਟਿਡ ਫਰਮ ਹੈ ਜਾਂ LLP ਹੈ, ਤੁਸੀਂ COI ਲਗਾ ਦਿਓ, ਠੀਕ ਹੈ, ਉਹਦੀ ਕਾਪੀ ਲਗਾ ਦਿਓ, ਉਹ ਵੀ ਚੱਲ ਜੂਗਾ। ਇੱਕ ਸਰਟੀਫਿਕੇਟ ਸ਼ੌਪ ਐਂਡ ਐਸਟੈਬਲਿਸ਼ਮੈਂਟ ਐਕਟ ਦੇ ਅੰਡਰ ਇਸ਼ੂ ਹੁੰਦਾ ਹੈ, ਤੁਸੀਂ ਉਹਦੀ ਵੀ ਕਾਪੀ ਲਗਾ ਸਕਦੇ ਹੋ। ਪਾਰਟਨਰਸ਼ਿਪ ਡੀਡ ਲਗਾ ਸਕਦੇ ਹੋ, ਠੀਕ ਹੈ ਜੀ। ਇਸ ਤੋਂ ਇਲਾਵਾ ਕੋਈ ਵੀ ਸਰਟੀਫਿਕੇਟ ਤੁਹਾਡੀ ਫਰਮ ਦਾ ਕੰਪਨੀ ਐਕਟ ਦੇ ਅੰਡਰ ਜਾਂ ਸਟੇਟ ਗਵਰਨਮੈਂਟ ਜਾਂ ਸੈਂਟਰਲ ਗਵਰਨਮੈਂਟ ਵੱਲੋਂ ਇਸ਼ੂ ਹੋਇਆ, ਤੁਸੀਂ ਉਹ ਵੀ ਲਗਾ ਸਕਦੇ ਹੋ। ਸੋ ਫਰੈਂਡਸ, ਮੈਂ ਕਾਫੀ ਜ਼ਿਆਦਾ ਕੇਸਿਸ ਦੇ ਵਿੱਚ ਦੇਖਿਆ ਹੋਇਆ ਕਿ ਜਦੋਂ ਆਪਾਂ ਬਿਜ਼ਨਸ ਓਨਰ ਦੀ ਫਾਈਲ ਲਗਾਉਂਦੇ ਨੇ, ਉਹਦੇ ਵਿੱਚ ਜਸਟ ਸਰਟੀਫਿਕੇਟ ਤੋਂ ਇਲਾਵਾ ਵੀ ਤੁਹਾਨੂੰ ਕੁਝ ਇੱਕ ਡਾਕੂਮੈਂਟਸ ਲਗਾਉਣੇ ਪੈਂਦੇ ਨੇ, ਜਿਸ ਤਰ੍ਹਾਂ ਬੈਂਕ ਸਟੇਟਮੈਂਟ, ਕਰੰਟ ਅਕਾਊਂਟ ਦੀ ਬੈਂਕ ਸਟੇਟਮੈਂਟ ਮਸਟ ਹੈ, ਲਗਾਓ ਜ਼ਰੂਰ, ਕਿਉਂਕਿ ਤੁਹਾਨੂੰ ਚੈੱਕਲਿਸਟ ਦੇ ਵਿੱਚ ਕਿਤੇ ਨਹੀਂ ਮੈਂਸ਼ਨ ਹੁੰਦਾ ਕਿ ਤੁਸੀਂ PFS ਦੀ ਸਾਈਟ ਤੇ ਚੈੱਕਲਿਸਟ ਦੇਖੋਗੇ ਜਾਂ ਗੂਗਲ 'ਚ ਟਾਈਪ ਕਰੋਗੇ ਚੈੱਕਲਿਸਟ, ਸੋਚੇ ਕਿਤੇ ਨਹੀਂ ਲਿਖਿਆ ਹੁੰਦਾ ਕਿ ਬੈਂਕ ਅਕਾਊਂਟ ਦੀ ਸਟੇਟਮੈਂਟ ਦਿਓ। ਉਹਦੇ ਵਿੱਚ ਤੁਸੀਂ ਬੈਂਕ ਬਿਜ਼ਨਸ ਅਕਾਊਂਟ ਜਾਂ ਤੁਹਾਡਾ ਕਰੰਟ ਅਕਾਊਂਟ ਜੋ ਫਰਮ ਦੇ ਨਾਂ ਤੇ ਹੈ, ਉਸ ਦੇ ਵਿੱਚ 3 ਮੰਥ ਤੋਂ 6 ਮੰਥ ਦੀ ਬੈਂਕ ਸਟੇਟਮੈਂਟ ਜ਼ਰੂਰ ਦਿਓ। ਉਹ ਵੀ ਸਰਟੀਫਾਈਡ ਹੋਣੀ ਚਾਹੀਦੀ ਹੈ ਬੈਂਕ ਤੋਂ। ਤੇ ਕੋਸ਼ਿਸ਼ ਕਰੋ, ਕੋਈ ਜ਼ਰੂਰੀ ਨਹੀਂ ਹੈ ਕਿ ਉਹਦੇ 'ਚ ਐਂਡ 'ਚ ਬੈਲੈਂਸ ਹੋਵੇ, ਕੋਈ ਕੋਸ਼ਿਸ਼ ਕਰੋ ਕਿ ਉਹਦੀਆਂ ਟ੍ਰਾਂਜੈਕਸ਼ਨਸ ਵਧੀਆਂ ਹੋਵੇ, ਠੀਕ ਹੈ ਜੀ। ਸੋ ਨੈਕਸਟ ਪੁਆਇੰਟ ਤੇ ਆਉਂਦੇ ਨੇ। ਨੈਕਸਟ ਪੁਆਇੰਟ ਹੈ ਟਿਕਟ ਰਿਜ਼ਰਵੇਸ਼ਨ। ਸੋ ਟਿਕਟ ਰਿਜ਼ਰਵੇਸ਼ਨ ਮੈਂ ਤੁਹਾਨੂੰ ਇਸ ਤੇ ਵੀ ਇੱਕ ਡਿਫਰੈਂਟ ਵੀਡੀਓ ਬਣਾਵਾਂਗਾ ਕਿ ਟਿਕਟ ਰਿਜ਼ਰਵੇਸ਼ਨ ਕਿਸ ਤਰ੍ਹਾਂ ਕਰ ਸਕਦੇ ਹੋ ਤੁਸੀਂ। ਸੋ ਟਿਕਟ ਰਿਜ਼ਰਵੇਸ਼ਨ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਥੋੜੀ ਜਿਹੀ ਗੱਲ ਕਿ ਟਿਕਟ ਰਿਜ਼ਰਵੇਸ਼ਨ ਕੁਝ ਇੱਕ ਐਮਬੈਸੀ ਸ਼ੈਨਗਨ ਦੇ ਵਿੱਚ ਮੈਂ ਦੇਖਿਆ ਹੈ ਕਿ ਟਿਕਟ ਡਮੀ ਟਿਕਟ ਜਿਹਨੂੰ ਬੋਲਦੇ ਨੇ, ਉਹਦੇ ਨਾਲ ਕੰਮ ਚੱਲ ਜਾਂਦਾ। ਬਟ ਕੁਝ ਇੱਕ ਐਮਬੈਸੀਜ਼ ਹੈ ਲਾਈਕ ਸੇ ਐਸਟੋਨੀਆ ਕੰਟਰੀ ਦੀ, ਉਹ ਓਰੀਜਨਲ ਟਿਕਟ ਮੰਗਦੀ ਹੈ ਤੁਹਾਡੇ ਕੋਲ, ਠੀਕ ਹੈ ਜੀ। ਚੈੱਕਲਿਸਟ ਤੇ ਰਿਜ਼ਰਵੇਸ਼ਨ ਲਿਖਿਆ ਹੁੰਦਾ ਹੈ, ਬਟ ਫਾਈਲ ਲਗਾਉਂਦੇ ਨੇ ਰਿਜ਼ਰਵੇਸ਼ਨ ਦੇ ਨਾਲ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ। ਮੇਰੇ ਕੁਝ ਮਿੱਤਰਾਂ ਨੂੰ ਇਸ ਤਰ੍ਹਾਂ ਕਾਲ ਆਈ ਐਮਬੈਸੀ ਤੋਂ ਕਿ ਤੁਸੀਂ ਓਰੀਜਨਲ ਟਿਕਟ ਕਿਉਂ ਨਹੀਂ ਲਾਈ, ਸਪੈਸ਼ਲੀ ਐਸਟੋਨੀਆ ਐਮਬੈਸੀ ਤੋਂ, ਸੋ ਵੀਜ਼ਾ ਰਿਫਿਊਜ਼ ਕਰ ਦਿੱਤਾ ਉਹਨਾਂ ਦਾ। ਸੋ ਉਸ ਤੋਂ ਇਲਾਵਾ ਟਰੈਵਲ ਇੰਸ਼ੋਰੈਂਸ, ਜਿਹੜੇ ਪੀਰੀਅਡ ਲਈ ਤੁਸੀਂ 10 ਦਿਨ ਲਈ ਘੁੰਮਣ ਜਾ ਰਹੇ ਹੋ, 15 ਦਿਨ ਲਈ, ਉਹ ਟਰੈਵਲ ਇੰਸ਼ੋਰੈਂਸ ਉਹਦਾ ਕਰਾਉਣਾ ਜ਼ਰੂਰੀ ਹੈ। ਸੋ ਉਹ ਡੇਟਸ ਕਵਰ ਹੋਣੀਆਂ ਚਾਹੀਦੀਆਂ। ਸੋ ਇਹਦੇ ਤੇ ਮੈਂ ਇੱਕ ਡਿਫਰੈਂਟ ਵੀਡੀਓ ਬਣਾਵਾਂਗਾ ਕਿ ਤੁਸੀਂ ਟਰੈਵਲ ਇੰਸ਼ੋਰੈਂਸ ਕਿਸ ਤਰ੍ਹਾਂ ਕਰ ਸਕਦੇ ਹੋ। ਉਸ ਤੋਂ ਇਲਾਵਾ ਹੋਟਲ ਬੁਕਿੰਗ, ਇਹ ਤੁਸੀਂ ਡਮੀ ਵੀ ਕਰ ਸਕਦੇ ਹੋ, ਬਟ ਕੋਸ਼ਿਸ਼ ਕਰੋ ਕਿ ਹੋਟਲ ਬੁਕਿੰਗ ਜਿਹੜੀ ਕਰਦੇ ਹੋ ਉਹ ਇਸ ਤਰ੍ਹਾਂ ਦੀ ਹੋਟਲ ਬੁਕਿੰਗ ਕਰੋ ਜਿਹਦੀ ਵੈਰੀਫਿਕੇਸ਼ਨ ਹੋਵੇ ਤਾਂ ਉਹ ਸਕਸੈਸਫੁਲ ਹੋਵੇ। ਇਸ ਤਰ੍ਹਾਂ ਨਹੀਂ ਕਿ ਹੋਟਲ ਬੁਕਿੰਗ ਤੁਸੀਂ booking.com ਤੋਂ ਕਰ ਲਓ ਜਾਂ ਹੋਰ ਕਿਸੇ ਸਾਈਟ ਤੋਂ ਕਰ ਲਓ, ਉਹ ਜਦੋਂ ਆਪਾਂ ਐਮਬੈਸੀ ਉਹਦੀ ਵੈਰੀਫਿਕੇਸ਼ਨ ਕਰਦੇ ਹੋ ਤੇ ਉਹ ਵੈਰੀਫਿਕੇਸ਼ਨ ਨੈਗੇਟਿਵ ਹੋਵੇ ਤਾਂ ਤੁਹਾਡਾ ਵੀਜ਼ਾ ਵੀ ਰਿਫਿਊਜ਼ ਹੋ ਜਾਵੇ। ਇਸ ਤੇ ਵੀ ਮੈਂ ਬਹੁਤ ਵਾਰ ਦੇਖਿਆ, ਹੋਟਲ ਬੁਕਿੰਗ ਦੇ ਕਾਰਨ ਵੀਜ਼ਾ ਰਿਫਿਊਜ਼ ਹੁੰਦਾ ਕਾਫੀ ਵਾਰ ਦੇਖਿਆ ਮੈਂ। ਇਸ ਤੋਂ ਇਲਾਵਾ ਐਡੀਸ਼ਨਲ ਡਾਕੂਮੈਂਟਸ ਦੇ ਵਿੱਚ ਆ ਜਾਂਦੇ ਆ। ਐਡੀਸ਼ਨਲ ਡਾਕੂਮੈਂਟਸ ਇਸ ਤੋਂ ਇਲਾਵਾ ਵੀ ਤੁਸੀਂ ਲਗਾ ਸਕਦੇ ਹੋ। ਐਡੀਸ਼ਨਲ ਡਾਕੂਮੈਂਟਸ ਦੇ ਵਿੱਚ ਇੱਕ ਤੁਸੀਂ ਆਪਣੀ ਫੈਮਿਲੀ ਟਾਈਜ਼ ਜਾਂ ਬਿਜ਼ਨਸ ਟਾਈਜ਼ ਸ਼ੋ ਕਰ ਸਕਦੇ ਹੋ, ਇੰਡੀਆ ਦੇ ਵਿੱਚ ਸਟਰੋਂਗ ਹੈ। ਸੋ ਉਹਦੀ ਜਾਂ ਤੁਸੀਂ ਕਿਸੇ ਕਲੱਬ ਸੇ ਲਾਇਨਸ ਕਲੱਬ ਹੈ ਤੇ ਰੋਟਰੀ ਕਲੱਬ ਹੈ, ਉਹਦੇ ਮੈਂਬਰ, ਉਹਦੀ ਤੁਸੀਂ ਨਾਲ ਲਗਾ ਸਕਦੇ ਹੋ ਆਪਣਾ ਕੋਈ ਵੀ ਸਰਟੀਫਿਕੇਟ ਵਗੈਰਾ। ਜਾਂ ਤੁਸੀਂ ਮੈਰਿਡ ਹੋ, ਮੈਰਿਜ ਸਰਟੀਫਿਕੇਟ ਦੀ ਕਾਪੀ ਲਗਾ ਸਕਦੇ ਹੋ। ਅਗਰ ਮੈਰਿਜ ਸਰਟੀਫਿਕੇਟ ਨਹੀਂ ਅਵੇਲੇਬਲ ਹੈ, ਤੁਸੀਂ ਆਪਣੇ ਬੱਚੇ ਦਾ, ਆਪਣੇ ਮਿਸਿਸ ਦਾ ਕੁਝ ਇੱਕ ਡਾਕੂਮੈਂਟਸ ਜਿਸ ਤਰ੍ਹਾਂ ਆਧਾਰ ਕਾਰਡ ਦੀ ਕਲਰਡ ਕਾਪੀ ਲਗਾ ਸਕਦੇ ਹੋ। ਸੋ
ਬਾਕੀ ਫਰੈਂਡਸ ਇਹ ਸਾਰੇ ਡਾਕੂਮੈਂਟਸ ਦੇ ਵਿੱਚ ਮੈਂ ਜਦੋਂ ਆਪੂ ਖੁਦ ਫਾਈਲ ਆਪਣੀ ਫਾਈਲ ਲਗਾਉਂਦੇ ਜਾਂ ਆਪਣੇ ਕਿਸੇ ਫਰੈਂਡਸ ਦੀ ਫਾਈਲ ਲਗਾਉਂਦਾ, ਸੋ ਮੈਂ ਮੋਸਟਲੀ ਆਪਾਂ ਮਤਲਬ ਇੱਕ ਇਹਨਾਂ ਡਾਕੂਮੈਂਟਸ ਨੂੰ ਨੋਟਰੀ ਕਰਾਉਣ ਦੀ ਕੋਈ ਲੋੜ ਨਹੀਂ ਹੁੰਦੀ। ਸੋ ਤੁਸੀਂ ਕਲਰਡ ਕਾਪੀ ਲਗਾ ਸਕਦੇ ਹੋ, ਠੀਕ ਹੈ। ਕੁਝ ਇੱਕ ਡਾਕੂਮੈਂਟਸ ਜਿਸ ਤਰ੍ਹਾਂ ਕੋਈ ਟਰਾਂਸਲੇਸ਼ਨ ਕਰਾਈ ਹੈ ਉਹਨੂੰ ਨੋਟਰੀ ਕਰਾਉਣ ਦੀ ਜ਼ਰੂਰਤ ਹੁੰਦੀ ਹੈ, ਬਾਕੀ ਨਹੀਂ ਹੁੰਦੀ। ਸੋ ਫਰੈਂਡਸ, ਮੈਂ ਉਮੀਦ ਕਰਾਂਗਾ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ। ਸੋ ਤੁਸੀਂ ਕੁਝ ਵੀ ਤੁਹਾਡਾ ਡਾਊਟ ਹੋਇਆ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ। ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿ ਮੈਂ ਤੁਹਾਨੂੰ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਵੀਡੀਓਜ਼ ਲੈ ਕੇ ਆਵਾਂ। ਸੋ ਮੈਂ ਤੁਹਾਨੂੰ ਹਰ ਇੱਕ ਕੰਟਰੀ ਦੇ ਵੀਜ਼ੇ ਦੇ ਬਾਰੇ, ਕਿਸ ਤਰ੍ਹਾਂ ਵੀਜ਼ਾ ਰਿਫਿਊਜ਼ ਹੁੰਦਾ ਹੈ, ਕਿਸ ਤਰ੍ਹਾਂ ਵੀਜ਼ਾ ਲੱਗਦਾ ਹੈ, ਕੀ ਡਾਕੂਮੈਂਟਸ ਨੇ, ਕਿਸ ਤਰ੍ਹਾਂ ਤੁਸੀਂ ਮਜ਼ਬੂਤ ਫਾਈਲ ਕਰ ਸਕਦੇ ਹੋ, ਸੋ ਤੁਹਾਨੂੰ ਉਹ ਸਾਰੇ ਬਾਰੇ ਐਕਸਪਲੇਨ ਕਰਾਂਗਾ। ਸੋ ਉਮੀਦ ਕਰਦਾ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ। ਸੋ ਅੱਜ ਲਈ ਇੰਨਾ ਹੀ, ਧੰਨਵਾਦ।